ਕੇਂਦਰ ਸਰਕਾਰ ਇਹਨਾਂ ਬਿੱਲਾਂ ਨੂੰ ਰੱਦ ਨਹੀਂ ਕਰਦੀ, ਉਸ ਤੋਂ ਬਾਅਦ ਇਹ ਹਾਲਾਤ ਕੀ ਹੋਣਗੇ? ਫੇ ਤਾਂ ਕੰਮ ਹੀ ਖਤਮ ਹੋ ਜਾਣਾ ਖੇਤੀ ਵਾਲਾ। ਆਪਣਾ ਕਮਾਓ ਫੇ ਆਪਣੇ ਉਹੀ ਡਰਮਾਂ 'ਚ ਪਾਓ, ਉਹੀ ਗੱਲ ਹੋ ਜਾਣੀ। ਇਹਦੇ ਵਿੱਚ ਮਿਲਣਾ ਹੀ ਕੁਛ ਨਹੀਂ, ਤਗੜੇ ਤਗੜੇ ਲੋਕਾਂ ਨੂੰ ਦੱਬ ਜਾਣਾ ਸਾਰਾ ਕੁਛ। ਛੋਟੇ ਜ਼ਿਮੀਂਦਾਰ ਮਰ ਜਾਣਗੇ। ਮੇਰਾ ਸ਼ਾਇਦ ਬੜਿਆਂ ਦੀ ਵਾਰੀ ਵਿੱਚ ਅੱਜ ਇਹ ਬਿੱਲ ਪਹਿਲਾਂ ਸਾਰੇ ਜਿੱਦਾਂ ਕੈਨੇਡਾ ਜਾਂ ਅਮਰੀਕਾ ਵਿੱਚ ਵੀ ਹੋਇਆ ਸੀਗਾ, ਉੱਥੇ ਵੀ ਰੱਦ ਕੀਤੇ ਗਏ, ਉਹ ਰੱਦ ਕੀਤੇ ਹੁਣ ਇੱਥੇ ਦੁਬਾਰਾ ਲਾਗੂ ਕੀਤੇ ਜਾ ਰਹੇ ਆ। ਤੇ ਇੱਦਾਂ ਦੀਆਂ ਜਿਹੜੀ ਨੀਤੀਆਂ ਬਿਲਕੁਲ ਗਲਤ ਨੀਤੀਆਂ ਹੈ। ਬੰਦਾ ਕਿੱਥੇ ਆਪਣੀ ਫਸਲ ਫੜੂਗਾ, ਕੀ ਬੀਜੂਗਾ ਕੀ ਨਾ ਬੀਜੂ, ਕੀ ਪਤਾ ਕਿਹੜੀ ਚੀਜ਼ ਦਾ ਮੁੱਲ ਸਾਨੂੰ ਮਿਲਣਾ, ਕਿਹੜੀ ਦਾ ਨਹੀਂ ਮਿਲਣਾ। ਕਿਸਾਨ ਦਾ ਹਾਲਾਤ ਪੰਜਾਬ ਵਿੱਚ ਵੀ ਯੂਪੀ ਬਿਹਾਰ ਵਾਲੇ ਹੋਣਗੇ ਜੀ। ਸਾਂਝਾ ਮੁੱਦਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਅੱਜ ਅਸੀਂ ਪਹੁੰਚੇ ਹਾਂ ਅਲਾਵਲਪੁਰ ਮੰਡੀ, ਜਿੱਥੇ ਕਿਸਾਨ ਆਪਣੀ ਫਸਲ ਲੈ ਕੇ ਪਹੁੰਚ ਚੁੱਕੇ ਨੇ। ਮੰਡੀ ਦੇ ਵਿੱਚ ਝੋਨਾ ਜਿਹੜਾ ਹੈਗਾ ਤਿਆਰ ਬਰ ਤਿਆਰ ਪਹੁੰਚਿਆ ਹੋਇਆ ਔਰ ਕਿਸਾਨਾਂ ਵੱਲੋਂ ਉਹ ਅਨਲੋਡ ਕੀਤਾ ਜਾ ਰਿਹਾ। ਮਜ਼ਦੂਰ ਵੀ ਜਿਹੜੇ ਪੱਲੇਦਾਰ ਹੈਗੇ ਨੇ ਉਹ ਵੀ ਕੰਮਾਂ ਤੇ ਲੱਗੇ ਹੋਏ ਨੇ। ਮੇਰੇ ਪਿੱਛੇ ਵੀ ਤੁਸੀਂ ਵੈਸੇ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਝੋਨਾ ਹਜੇ ਲੱਗਾ ਹੈ, ਉਹ ਵੀ ਤਿਆਰ ਹੋਣ ਕੰਢੇ ਹੀ ਹੈ। ਗੱਲਬਾਤ ਕਰਾਂਗੇ ਜ਼ਿਮੀਂਦਾਰਾਂ ਦੇ ਨਾਲ ਕਿ ਉਹਨਾਂ ਦੀ ਫਸਲ ਜਿਹੜੀ ਹੈਗੀ ਆ ਉਹ ਉਹਨਾਂ ਨੂੰ ਉਸ ਦੇ ਸਹੀ ਭਾਅ ਮਿਲ ਰਹੇ ਨੇ ਜਾਂ ਨਹੀਂ ਮਿਲ ਰਹੇ। ਜਾਣਾਂਗੇ ਪੱਲੇਦਾਰਾਂ ਤੋਂ ਕਿ ਉਹਨਾਂ ਨੂੰ ਵੀ ਜਿਹੜਾ ਇੱਥੇ ਮਿਹਨਤਾਂ ਨਾਲ ਪੂਰਾ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ, ਕੇਂਦਰ ਸਰਕਾਰ ਵੱਲੋਂ 3 ਆਰਡੀਨੈਂਸ ਪਾਸ ਕਰ ਦਿੱਤੇ ਗਏ ਨੇ, ਜਿਨ੍ਹਾਂ ਨੂੰ ਉਹ ਕਿਸਾਨਾਂ ਦੇ ਹੱਕ ਦਾ ਤਾਂ ਕਹਿ ਰਹੇ, ਪਰ ਕਿਸਾਨ ਉਹਨਾਂ ਨੂੰ ਮੰਨਣ ਨੂੰ ਤਿਆਰ ਨਹੀਂ। ਕਰਦੇ ਹਾਂ ਗੱਲਬਾਤ ਜ਼ਿਮੀਂਦਾਰਾਂ ਦੇ ਨਾਲ। ਅੱਛਾ ਭਾਈ, ਤੁਸੀਂ ਆਪਣੀ ਫਸਲ ਲੈ ਕੇ ਪਹੁੰਚੇ ਹੋ, ਕੀ ਕਹਿਣਾ ਤੁਹਾਡਾ? ਸਾਡਾ ਕਹਿਣਾ ਜੀ ਫਸਲ ਬਹੁਤ ਵਧੀਆ ਵਿਕਦੀ ਆ, ਭਾਅ ਪੂਰਾ ਲੱਗਦਾ ਜੀ। ਹਾਂਜੀ, ਕੀ ਭਾਅ ਦੇ ਰਹੇ ਨੇ? 1888 ਰੁਪਈਆ ਜੀ। ਤੇ ਉਸ ਤਰ੍ਹਾਂ ਜਿਹੜੀ MSP ਜਿਹੜੀ ਹੈਗੀ ਸਰਕਾਰ ਵੱਲੋਂ ਤੈਅ ਕੀਤੀ ਜਾਂਦੀ ਹੈ, ਉਹ ਕੀ ਤੈਅ ਕੀਤੀ ਗਈ ਸੀ? ਉਹਦਾ ਤਾਂ ਅਜੇ ਕੁਝ ਪਤਾ ਨਹੀਂ ਜੀ। ਹਾਂਜੀ ਹਾਂਜੀ। ਤੇ ਮਤਲਬ ਹੁਣ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਕੇਂਦਰ ਸਰਕਾਰ ਨੇ 3 ਆਰਡੀਨੈਂਸ ਪਾਸ ਕਰ ਦਿੱਤੇ ਹੈਗੇ, ਖੇਤੀ ਬਿੱਲ ਜਿਹੜੇ ਹੈਗੇ ਸੋਧ ਕਰਕੇ ਉਹਨਾਂ ਨੇ ਇਹ ਬਿੱਲ ਪਾਸ ਕੀਤੇ ਗਏ ਹੈਗੇ। ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਜੀ? ਇਹਨਾਂ ਬਾਰੇ ਵੀ ਬਿੱਲ ਮਾਫ ਕੀਤੇ ਜਾਂ ਵਾਪਸ ਲੈ ਜਾਣ, ਇਹਨਾਂ ਦਾ ਜ਼ਿਮੀਂਦਾਰਾਂ ਨੂੰ ਬਹੁਤ ਘਾਟਾ ਪਊਗਾ। ਹਾਂਜੀ, ਤੁਹਾਨੂੰ ਲੱਗਦਾ ਕਿ ਇਹਨਾਂ ਬਿੱਲਾਂ ਦਾ ਅਸਰ ਜਿਹੜਾ ਹੈਗਾ ਹੁਣ ਅੱਜ ਅਜੋਕੇ ਸਮੇਂ ਦੇ ਵਿੱਚ ਮੰਡੀਆਂ ਤੇ ਪੈ ਰਿਹਾ? ਹਾਂਜੀ, ਲੇਬਰ ਤੇ ਪੈ ਰਿਹਾ ਜੀ, ਇਹ ਕਿਸਾਨਾਂ ਤੇ ਪੈ ਰਿਹਾ ਜੀ। ਅੱਛਾ ਭਾਈ, ਤੁਹਾਡਾ ਕੀ ਕਹਿਣਾ? ਤੁਸੀਂ ਆਪਦੀ ਫਸਲ ਇੱਥੇ ਲੈ ਕੇ ਆਏ ਹੋ, ਕਿੱਦਾਂ ਇੱਥੇ ਜਿਹੜੇ ਪ੍ਰਬੰਧ ਹੈਗੇ ਨੇ ਉਹ ਦਰੁਸਤ ਨੇ? ਹਾਂਜੀ, ਬਹੁਤ ਵਧੀਆ ਪ੍ਰਬੰਧ ਆ ਜੀ। ਰੇਟ ਫਿਲਹਾਲ ਤਾਂ ਸਹੀ ਆ, ਹਲੇ ਅੱਗੇ ਦੇਖੋ, ਹੁਣ ਗਾਂਹ ਦੇਖੋ ਕਿੱਦਾਂ। ਮਤਲਬ ਇੱਥੇ ਜਿਹੜੇ ਆੜਤੀ ਹੈਗੇ ਨੇ ਉਹ ਤੁਹਾਨੂੰ ਤੁਹਾਡੀ ਜਿੰਸ ਦਾ ਜਿਹੜਾ ਮੁੱਲ ਹੈਗਾ ਬਿਲਕੁਲ ਸਹੀ ਦੇ ਰਹੇ ਨੇ? ਹਾਂਜੀ, ਬਹੁਤ ਵਧੀਆ ਦੇ ਰਹੇ। ਅੱਗੇ ਵੀ ਸੁੱਟਿਆ ਇਹਨਾਂ ਦੇ, ਚਲੋ ਵਧੀਆ ਰੇਟ ਜੋ ਸਾਰੇ ਚੱਲਦਾ ਰੇਟ ਉਹੀ ਮਿਲ ਰਿਹਾ ਫਿਲਹਾਲ ਤਾਂ। ਤੇ ਜਿਹੜੇ ਇਹ ਕੇਂਦਰ ਸਰਕਾਰ ਵੱਲੋਂ 3 ਆਰਡੀਨੈਂਸ ਪਾਸ ਕੀਤੇ ਗਏ ਆ, ਉਹਨਾਂ ਦੇ ਵਿੱਚ ਸਰਕਾਰ ਦਾ ਇਹ ਕਹਿਣਾ ਕਿ ਤੁਸੀਂ ਆਪਦੀ ਫਸਲ ਕਿਸੇ ਵੀ ਮੰਡੀ ਦੇ ਵਿੱਚ ਲਿਜਾ ਕੇ ਵੇਚ ਸਕਦੇ ਹੋ। ਮਤਲਬ ਪੰਜਾਬ ਹੀ ਨਹੀਂ, ਤੁਹਾਡੇ ਲਈ ਹੁਣ ਹਰਿਆਣੇ ਦੀਆਂ ਮੰਡੀਆਂ ਵੀ ਖੁੱਲ੍ਹੀਆਂ ਜਾਂ ਦੇਸ਼ ਦੇ ਕਿਸੇ ਵੀ ਮੰਡੀ ਦੇ ਵਿੱਚ ਤੁਸੀਂ ਜਾ ਕੇ ਆਪਣੀ ਫਸਲ ਵੇਚ ਸਕਦੇ ਹੋ। ਇਹਦੇ ਤੁਸੀਂ ਕੀ ਕਹਿੰਦੇ ਹੋ ਜੀ? ਇਹ ਤੇ ਇਹੀ ਆ, ਲੋਕਲ ਹੁਣ ਕਿੱਥੇ ਜਾਣਾ ਦੂਰ ਵੀ, ਲੋਕਲ ਹੀ ਵਧੀਆ ਆਪਣੇ। ਜੇ ਮੰਡੀਆਂ ਵਧੀਆ ਰਹਿਣ ਤਾਂ ਲੋਕਲ ਜੋ ਰੇਟ ਮਿਲਦਾ ਸਾਨੂੰ। ਮੰਨ ਲਓ ਹੁਣ ਜਿੱਦਾਂ ਕਿਸਾਨ ਧਰਨੇ ਦੇ ਨੇ, ਇਹ ਬਿੱਲ ਖਾਰਿਜ ਕਰਾਉਣ ਦੀ ਮੰਗ ਨੂੰ ਲੈ ਕੇ ਬੈਠੇ ਨੇ, ਧਰਨੇ ਦੇ ਰਹੇ ਨੇ ਲਗਾਤਾਰ, ਬਹੁਤ ਸਮਾਂ ਹੋ ਗਿਆ। ਮੰਨ ਲਓ ਜੇ ਕੇਂਦਰ ਸਰਕਾਰ ਇਹਨਾਂ ਬਿੱਲਾਂ ਨੂੰ ਰੱਦ ਨਹੀਂ ਕਰਦੀ, ਉਸ ਤੋਂ ਬਾਅਦ ਇਹ ਹਾਲਾਤ ਕੀ ਹੋਣਗੇ? ਤੁਹਾਨੂੰ ਕੀ ਲੱਗਦਾ? ਹਾਲਾਤ ਸਾਰਿਆਂ ਨੂੰ ਪਤਾ ਮਾੜੇ ਹੀ ਆ। ਜੋ ਆ ਕਰਮਚਾਰੀ ਆ ਇਹਨਾਂ ਦੇ ਵੀ ਹਾਲਾਤ ਮਾੜੇ, ਜੱਟਾਂ ਦੇ ਤਾਂ ਤੁਹਾਨੂੰ ਪਤਾ ਅੱਗੇ ਵੀ ਕਿੰਨੇ ਕੁ ਹਾਲਾਤ ਵਧੀਆ। ਫੇ ਤਾਂ ਕੰਮ ਹੀ ਖਤਮ ਹੋ ਜਾਣਾ ਖੇਤੀ ਵਾਲਾ। ਆਪਣਾ ਕਮਾਓ ਫੇ ਆਪਣੇ ਉਹੀ ਡਰਮਾਂ 'ਚ ਪਾਓ, ਉਹੀ ਗੱਲ ਹੋ ਜਾਣੀ ਆ। ਜ਼ਮੀਨਾਂ ਇਹਨਾਂ ਕੋਲ ਚਲ ਜਾਣੀਆਂ ਸਾਰੀਆਂ। ਮਤਲਬ ਤੁਹਾਡਾ ਕਹਿਣਾ ਇਹ ਹੈ ਵੀ ਜ਼ਮੀਨਾਂ ਵੀ ਜਿਹੜੀਆਂ ਹੈਗੀਆਂ ਉਹ ਸਰਮਾਏਦਾਰਾਂ ਕੋਲ ਹੀ ਪੱਲੇ 'ਚ ਪੈ ਜਾਣਗੀਆਂ? ਹਾਂਜੀ ਹਾਂਜੀ, ਉਹ ਇਹਨਾਂ ਦੀ ਮਰਜ਼ੀ। ਤੇ ਇਹਨਾਂ ਬਿੱਲਾਂ ਬਾਰੇ ਤੁਹਾਡਾ ਕੀ ਕਹਿਣਾ ਸਰਕਾਰ ਨੂੰ? ਮੇਰਾ ਇਹੀ ਕਹਿਣਾ ਆ, ਇਹ ਬਿੱਲ ਪਹਿਲਾਂ ਸਾਰੇ ਜਿੱਦਾਂ ਕੈਨੇਡਾ ਜਾਂ ਅਮਰੀਕਾ ਵਿੱਚ ਵੀ ਹੋਇਆ ਸੀਗਾ, ਉੱਥੇ ਵੀ ਰੱਦ ਕੀਤੇ ਗਏ, ਉਹ ਰੱਦ ਕੀਤੇ ਹੁਣ ਇੱਥੇ ਦੁਬਾਰਾ ਲਾਗੂ ਕੀਤੇ ਜਾ ਰਹੇ ਆ। ਤੇ ਪਾਪਾ ਜੀ, ਤੁਸੀਂ ਆਪਣੀ ਫਸਲ ਇੱਥੇ ਲੈ ਕੇ ਪਹੁੰਚੇ ਹੋ, ਕੀ ਲੱਗ ਰਿਹਾ ਤੁਹਾਨੂੰ? ਮਤਲਬ ਜਿਹੜਾ ਇੱਥੇ ਫਸਲ ਦਾ ਮੁੱਲ ਸਹੀ ਮਿਲ ਰਿਹਾ? ਮੁੱਲ ਪਹਿਲੇ ਦਿਨ ਆਏ ਆ, ਹੁਣ ਦੇਖਦੇ ਕੀ ਲੱਗਦਾ ਕੀ ਹੁੰਦਾ। ਆਪਦੀ ਫਸਲ ਤੁਸੀਂ ਮੰਡੀ ਦੇ ਵਿੱਚ ਲਹਾ ਰਹੇ ਹੋ, ਤੁਸੀਂ ਪਹਿਲਾਂ ਕੋਈ ਮੁੱਲ ਨਹੀਂ ਪੁੱਛਿਆ ਇਹਨਾਂ ਨੂੰ, ਆੜਤੀਆਂ ਨੂੰ, ਕਿੱਦਾਂ ਤੁਹਾਡੀ ਫਸਲ ਜਿਹੜੀ ਹੈਗੀ ਵਿਕੇਗੀ? ਅੱਗੇ ਇੱਥੇ ਆਈਦਾ ਰੋਜ਼ ਹਰ ਵਾਰੀ। ਮਤਲਬ ਤੁਹਾਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਤੁਹਾਡੀ ਫਸਲ ਦਾ ਪੂਰਾ ਮੁੱਲ ਮਿਲੇਗਾ? ਉਹ ਤਾਂ ਤੁਹਾਨੂੰ ਪਤਾ ਵੀ ਇਸ ਵੇਲੇ ਕੀ ਮੁੱਲ ਚੱਲਦਾ ਪਿਆ? 1850 ਸ਼ਾਇਦ। ਸਾਡੇ ਨਾਲ ਇੱਥੇ ਹੋਰ ਵੀ ਜ਼ਿਮੀਂਦਾਰ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਅੱਛਾ ਪਾਪਾ ਜੀ, ਤੁਸੀਂ ਇੱਥੇ ਆਪਦੀ ਫਸਲ ਲੈ ਕੇ ਪਹੁੰਚੇ ਹੋ, ਕਿੱਦਾਂ ਦੇ ਅਰੇਂਜਮੈਂਟਸ ਨੇ? ਅਰੇਂਜਮੈਂਟ ਵਧੀਆ, ਠੀਕ ਹੈ ਇੱਥੇ ਅਰੇਂਜਮੈਂਟ।
ਚਲੋ ਜਿਹੜੀ ਗਿੱਲੀ ਫਸਲ ਉਹ ਦਿਹਾੜੀ 'ਚ ਸੁੱਕ ਜਾਂਦੀ ਆ, ਹੋ ਜਾਂਦਾ ਚਲੋ ਉਹਨੇ ਨਾਲ ਚਲੋ ਸ਼ਾਮ ਨੂੰ ਤੁਲ ਜਾਂਦੀ ਆ। ਹਾਂਜੀ ਹੋਰ ਠੀਕ ਠਾਕ ਆ। ਕੀ ਭਾਅ ਮਿਲ ਰਿਹਾ ਇੱਥੇ? ਭਾਅ 1888 ਰੁਪਈਏ ਜੀ। ਹਾਂਜੀ ਮਤਲਬ ਤੁਸੀਂ ਕੀ ਸਮਝਦੇ ਹੋ ਹੁਣ ਜਿੱਦਾਂ ਆਹ ਪੱਲੇਦਾਰ ਲਾਏ ਹੋਏ ਨੇ ਇੱਥੇ ਆਪਦੀ ਤੁਹਾਡੀ ਫਸਲ ਨੂੰ ਪਹਿਲਾਂ ਲਹਾਉਂਦੇ ਨੇ, ਫੇਰ ਸੁਕਾਉਂਦੇ ਨੇ, ਉਸ ਤੋਂ ਬਾਅਦ ਪੱਖਾ ਵੀ ਚੱਲਦਾ, ਮਤਲਬ ਜੋ ਪ੍ਰੋਸੈਸ ਹੁੰਦੇ ਨੇ ਉਹ ਸਾਰਾ ਖਰਚਾ ਕੱਢ ਕੇ ਤੁਹਾਨੂੰ ਕੀ ਬਚਦਾ ਫਿਰ ਉਹਦੇ 'ਚ? ਉਹ ਮਤਲਬ ਇਹ ਤਾਂ ਹੁਣ ਮਗਰੋਂ ਨਹੀਂ ਦੇਖਾਂਗੇ ਕੀ ਬਚਿਆ ਕੀ ਨਹੀਂ ਬਚਿਆ ਹੈ ਕਿ ਨਹੀਂ। ਖਰਚਾ ਤਾਂ ਜੇ ਸਾਡੇ ਜੁੰਮੇ ਪੈਣਾ ਇਹੋ, ਅਤੇ ਉਹਦੇ ਵਿੱਚ ਦੇਖੋ ਸਾਨੂੰ 1840 ਮਿਲਦੇ ਜਾਂ 50 ਮਿਲਦੇ ਆ ਹੈ ਕਿ ਨਹੀਂ। ਅਤੇ ਮਾ ਵੀ 35-40 ਰੁਪਈਏ ਦਾ ਖਰਚਾ ਚੜ੍ਹ ਹੀ ਜਾਂਦਾ ਨਾ, ਕੁਆਂਟਲ 40-45 ਰੁਪਈਏ। ਉਹ ਤਾਂ ਅੱਗੇ ਵੀ ਸਾਂਝੀ ਹੁੰਦਾ, ਕੋਈ ਜ਼ਿਮੀਂਦਾਰ ਦਿੰਦਾ ਸੀ, ਕੋਈ ਜਿਹੜਾ ਵਪਾਰੀ ਸੀ ਉਹ ਦਿੰਦਾ ਸੀਗਾ, ਅਤੇ ਹੁਣ ਸਾਰਾ ਉਹ ਜ਼ਿਮੀਂਦਾਰ ਦੇ ਜੁੰਮੇ ਪਾਤਾ ਆ ਉਹ। ਅਤੇ ਉਹ ਦੇਖੋ ਹੁਣ ਫਿਰ ਕੀ ਆਉਂਦਾ ਹੈਗਾ, ਬਿੱਲ ਬਣਨ ਗਏ ਹੋਏ ਆ, ਉਹਦੇ ਵਿੱਚ ਕੀ ਸਾਨੂੰ ਮਿਲਦਾ ਕੀ ਨਹੀਂ ਮਿਲਦਾ ਹੈਗਾ ਨਹੀਂ। ਜਿਹੜੇ ਕੇਂਦਰ ਸਰਕਾਰ ਨੇ 3 ਆਰਡੀਨੈਂਸ ਪਾਸ ਕੀਤੇ ਆ, ਖੇਤੀ ਸੋਧ ਬਿੱਲ ਜਿਨ੍ਹਾਂ ਨੂੰ ਉਹ ਕਹਿ ਰਹੇ ਨੇ, ਇਹਨਾਂ 'ਤੇ ਤੁਹਾਡਾ ਕੀ ਕਹਿਣਾ ਜੀ? ਉਹ ਤਾਂ ਮਤਲਬ ਇਹ ਗੱਲ ਦਾ ਵੀ ਇੱਕ ਮੰਡੀ ਬੋਰਡ ਤੋੜਨ ਦੀ ਗੱਲ ਆ। ਮੰਡੀ ਬੋਰਡ ਜਿੱਦਾਂ ਆਪਣੇ ਪੰਜਾਬ 'ਚ ਹਰਿਆਣੇ 'ਚ ਸੀਗਾ ਇਹੋ, ਅਤੇ ਬਾਕੀ ਸੂਬਿਆਂ ਦੇ ਵਿੱਚ ਨਹੀਂ। ਜੇ ਕਿਤੇ ਕੋਈ ਮੰਡੀ ਲਿਜਾਂਦਾ ਆ 2 ਕੁਆਂਟਲ ਕੋਈ ਕਣਕ ਲੈ ਜਾਂਦਾ, ਕੋਈ 4 ਕੁਆਂਟਲ, ਜਿੱਦਾਂ ਕੋਈ ਆਪਣਾ ਹੁੰਦਾ ਆ, ਉਹ ਜੇ ਤਾਂ ਕੋਈ ਵਪਾਰੀ ਖਰੀਦਦਾ ਆ ਉਹ ਵੇਚ ਕੇ ਘਰ ਨੂੰ ਆਇਆ, ਨਹੀਂ ਤਾਂ ਆਪਣਾ ਮਾਲ ਚੱਕ ਕੇ ਘਰ ਲੈ ਆਉਂਦੇ ਉਹ। ਅਤੇ ਇੱਦਾਂ ਦੀਆਂ ਜਿਹੜੀ ਨੀਤੀਆਂ ਬਿਲਕੁਲ ਗਲਤ ਨੀਤੀਆਂ ਹੈ ਕਿ ਬੰਦਾ ਕਿੱਥੇ ਆਪਣੀ ਫਸਲ ਖੜੂਗਾ, ਕੀ ਬੀਜੂਗਾ ਕੀ ਨਾ ਬੀਜੂ, ਕੀ ਪਤਾ ਕਿਹੜੀ ਚੀਜ਼ ਦਾ ਮੁੱਲ ਸਾਨੂੰ ਮਿਲਣਾ ਕਿਹੜੀ ਦਾ ਨਹੀਂ ਮਿਲਣਾ। ਹਾਂਜੀ ਸਰਕਾਰ ਕਹਿੰਦੀ ਹੈ ਕਿ ਐਮਐਸਪੀ ਜਿਹੜੀ ਹੈਗੀ ਉਹ ਉਹਨਾਂ ਬਿੱਲਾਂ ਦੇ ਵਿੱਚ ਬਰਕਰਾਰ ਰੱਖੀ ਜਾਊਗੀ, ਪਰ ਕਿਸਾਨ ਨੂੰ ਇੰਨੀ ਕੁ ਆਜ਼ਾਦੀ ਮਿਲ ਜਾਂਦੀ ਹੈਗੀ ਕਿ ਆਪਦੀ ਫਸਲ ਉਹ ਕਿਸੇ ਵੀ ਮੰਡੀ ਦੇ ਵਿੱਚ ਜਾ ਕੇ ਵੇਚ ਸਕਦਾ। ਤੁਹਾਨੂੰ ਕੀ ਲੱਗਦਾ ਕਿ ਉਹਨਾਂ ਮੰਡੀਆਂ ਦੇ ਵਿੱਚ ਜਿੱਦਾਂ ਉਹ ਕਹਿ ਰਹੇ ਆ, ਮਤਲਬ ਆਪਾਂ ਪੰਜਾਬ 'ਚ ਬੈਠੇ ਆ, ਆਪਾਂ ਹਰਿਆਣੇ ਦੇ ਵਿੱਚ ਜਾ ਕੇ ਫਸਲ ਵੇਚਦੇ ਆ, ਕੀ ਆਪਾਂ ਨੂੰ ਉੱਥੇ ਸਹੀ ਮੁੱਲ ਮਿਲੂਗਾ? ਉਹ ਮਤਲਬ ਤਾਂ ਇਸ ਗੱਲ ਦਾ, ਉਹ ਤਾਂ ਜਿਹੜਾ ਬੜਾ ਜ਼ਿਮੀਂਦਾਰ ਜਿਹਦੇ ਕੋਲ ਮਸ਼ੀਨੀ ਬੜੀ ਆ ਉਹਦੇ ਵਾਸਤੇ ਫਾਇਦੇਮੰਦ ਕੰਮ ਆ। ਜਿਹੜਾ ਛੋਟਾ ਜ਼ਿਮੀਂਦਾਰ ਉਹ ਕਿੱਥੇ ਖੜੂਗਾ, ਉਹ ਹੈ ਕਿ ਨਹੀਂ। ਉਹ ਤਾਂ ਇੱਥੇ ਵਿਕ ਜਾਊਗਾ। ਅੱਜ ਤੋਂ 30 ਸਾਲ ਪਹਿਲਾਂ ਵੀ ਇਹ ਕੰਮ ਹੁੰਦਾ ਸੀਗਾ, ਜਦੋਂ ਅਸੀਂ ਛੋਟੇ ਹੁੰਦੇ, ਸਾਡੇ ਘਰਾਂ ਦੇ ਵਿੱਚ ਵਪਾਰੀ ਆਉਂਦੇ ਹੈਗੇ, ਕਣਕ ਖਰੀਦਦੇ ਹੁੰਦੇ ਹੈਗੇ, ਕਪਾਹ ਖਰੀਦਦੇ ਹੁੰਦੇ ਸੀਗੇ, ਛੋਲੇ ਖਰੀਦਦੇ ਹੁੰਦੇ ਹੈਗੇ। ਉਹ ਵਪਾਰੀ ਖਰੀਦ ਕੇ ਆਪ ਮੰਡੀਆਂ ਵਿੱਚ ਲਿਜਾਂਦੇ ਹੁੰਦੇ ਸੀਗੇ, ਅਤੇ ਉਹ ਪਤਾ ਨਹੀਂ ਉਹਨਾਂ ਨੂੰ ਕੀ ਮਿਲਦਾ ਹੈ ਕੀ ਨਹੀਂ ਮਿਲਦਾ, ਮੁਨਾਫਾ ਹੀ ਮਿਲਦਾ ਸੀ ਕਰਕੇ ਤਾਂ ਉਹ ਸਾਡੇ ਕੋਲੋਂ ਖਰੀਦਦੇ। ਉਹੀ ਹਾਲ ਹੁਣ ਫੇਰ ਹੋ ਜਾਣਾ ਆ, ਅਤੇ ਉਹਦੇ ਵਿੱਚ ਜ਼ਿਮੀਂਦਾਰ ਨੂੰ ਨਹੀਂ ਫਾਇਦਾ, ਬੜੇ ਨੂੰ ਹੋ ਸਕਦਾ, ਛੋਟੇ ਨੂੰ ਨਹੀਂ ਫਾਇਦਾ। ਅੱਛਾ ਪਾਪਾ ਜੀ, ਤੁਹਾਡਾ ਕੀ ਕਹਿਣਾ? ਤੁਸੀਂ ਆਪਦੀ ਫਸਲ ਇੱਥੇ ਲੈ ਕੇ ਪਹੁੰਚੋ। ਅਸੀਂ ਤਾਂ ਆਉਂਦੇ ਫਸਲ ਵੀ ਲੈ ਆਉਂਦੇ ਆ, ਗੱਡੀ ਚਲਾਉਂਦੇ ਆ, ਸਾਡੀ ਲੇਬਰ ਵੱਧਦੀ ਨਹੀਂ ਹੈਗੀ, ਲੇਬਰ ਵਧਾਉਣੀ ਚਾਹੀਦੀ ਆ। ਇੰਨੀ ਉਮਰ ਹੋ ਗਈ ਆ ਸਾਡੀ, ਉਹ ਉੱਥੇ ਕੀ ਆ ਕੰਮ ਅੜਿਆ ਆ, ਨਾ ਵੱਧਦੀ ਆ ਨਾ ਘਟਦੀ ਆ, ਮਾਲਕਾਂ ਦੇ ਇੰਨੀ ਦੇਣੀ ਆ ਤਾਂ ਖਰਚੇ ਬਹੁਤ ਆ। ਭਾਈ ਤੁਸੀਂ ਇੱਥੇ ਆਪਣਾ ਮੇਰੀ ਆੜਤ ਦੀ ਦੁਕਾਨ ਜੀ, ਆੜਤ ਕਰਦਾ। ਜਿੱਦਾਂ ਹੁਣ ਕਿਸਾਨ ਆਪਦੀਆਂ ਫਸਲਾਂ ਲੈ ਕੇ ਪਹੁੰਚ ਰਹੇ ਨੇ, ਇਹਨਾਂ ਨੂੰ ਇੱਥੇ ਕੀ ਭਾਅ ਮਿਲਦਾ ਪਿਆ? ਹਾਲ ਦੀ ਘੜੀ ਤਾਂ ਗਵਰਨਮੈਂਟ ਦੀ ਜੋ ਰੇਟ ਹੈ 1888 ਰੁਪਏ ਉਹੀ ਮਿਲਦਾ ਪਿਆ ਜੀ, ਮਤਲਬ ਐਮਐਸਪੀ ਦੇ ਹਿਸਾਬ ਨਾਲ ਜੋ ਐਮਐਸਪੀ ਉਹੀ ਮਿਲਦਾ ਪਿਆ ਜ਼ਿਮੀਂਦਾਰਾਂ। ਬਾਰਦਾਨਾ ਕਿੰਨਾ ਚੱਲ ਰਿਹਾ? ਬਾਰਦਾਨਾ ਸ਼ੈਲਰ ਵਾਲਾ ਦੇ ਰਿਹਾ, 80% ਸ਼ੈਲਰ ਵਾਲੇ ਨੇ ਦੇਣਾ ਜੀ। ਸਾਡੀ ਮੰਡੀ ਤਾਂ ਠੀਕ ਚੱਲ ਰਹੀ ਆ, ਬਾਕੀਆਂ ਦਾ ਸਾਨੂੰ ਪਤਾ ਨਹੀਂ। ਤੇ ਹੁਣ ਜਿਹੜੇ ਕੇਂਦਰ ਸਰਕਾਰ ਵੱਲੋਂ 3 ਆਰਡੀਨੈਂਸ ਪਾਸ ਕੀਤੇ ਗਏ ਨੇ, ਕਿਸਾਨ ਮਤਲਬ ਕਿਸਾਨਾਂ ਦੇ ਹੱਕ ਦੇ ਵਿੱਚ ਉਹ ਕੇਂਦਰ ਸਰਕਾਰ ਵੱਲੋਂ ਬਿੱਲ ਕਹੀ ਜਾ ਰਹੇ ਨੇ ਵੀ ਉਹ ਇਹਨਾਂ ਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਊਗਾ। ਤੁਸੀਂ ਕੀ ਸਮਝਦੇ ਹੋ, ਇਹਨਾਂ ਬਿੱਲਾਂ ਨਾਲ ਵਾਕਈ ਕਿਸਾਨਾਂ ਨੂੰ ਫਾਇਦਾ ਹੋਏਗਾ ਜਾਂ ਨਹੀਂ ਹੋਏਗਾ? ਇਹਦੇ ਨਾਲ ਨੁਕਸਾਨ ਹੋਊਗਾ ਜੀ। ਨੁਕਸਾਨ ਕਿਵੇਂ? ਨੁਕਸਾਨ ਹੋਊਗਾ ਜਦੋਂ ਐਮਐਸਪੀ ਤੇ ਜਦੋਂ ਇਹਨੀ ਮਾਰਕੀਟ ਕਮੇਟੀ ਮਹਿਕਮਾ ਵੀ ਖਤਮ ਕਰ ਦਿੱਤਾ, ਤੇ ਗਵਰਨਮੈਂਟ ਨੇ ਜਦੋਂ ਪਰਚੇਜ ਨਹੀਂ ਕਰਨਾ ਉਹਦਾ ਐਮਐਸਪੀ ਰੇਟ ਤੇ ਖਰੀਦਣਾ ਨਹੀਂ ਇਹਨੂੰ ਮਾਲ ਨੂੰ, ਫਿਰ ਪ੍ਰਾਈਵੇਟ ਵਾਲਾ ਆਪਣੀ ਮਰਜ਼ੀ ਨਾਲ ਖਰੀਦੂਗਾ ਘੱਟ ਰੇਟ ਤੇ, ਜ਼ਿਮੀਂਦਾਰ ਨੂੰ ਬਹੁਤ ਵੱਡਾ ਨੁਕਸਾਨ ਹੋਊਗਾ ਜੀ। ਇਹਦੇ ਨਾਲ ਤੁਹਾਨੂੰ ਕਿੰਨਾ ਨੁਕਸਾਨ ਹੋ ਰਿਹਾ? ਆੜਤੀਆਂ ਨੂੰ ਜੀ, ਆੜਤੀਆਂ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੈ ਜੀ। ਸਾਨੂੰ 1888 ਰੁਪਏ ਤੇ 2.5% ਕਮਿਸ਼ਨ ਮਿਲਦਾ, ਤੇ ਸਾਨੂੰ ਫਿਰ 11-1200 ਰੇਟ 1000 ਆ ਗਿਆ, ਸਾਨੂੰ ਉੱਤੇ 2.5% ਕਮਿਸ਼ਨ ਮਿਲਣਾ। ਹਰੇਕ ਨੂੰ ਨੁਕਸਾਨ ਹੀ ਹੈ ਜੀ, ਜ਼ਿਮੀਂਦਾਰ ਨੂੰ ਨੁਕਸਾਨ ਆ, ਸਾਨੂੰ ਵੀ ਨੁਕਸਾਨ ਆ, ਲੇਬਰ ਨੂੰ ਵੀ, ਹਰੇਕ ਬੰਦੇ ਨੂੰ ਨੁਕਸਾਨ ਹੈ ਇਸ ਚੀਜ਼ ਦਾ। ਸਾਰੇ ਹੀ ਵਰਗ ਉਹਦੇ ਨਾਲ ਇਫੈਕਟ ਹੋਊਗਾ, ਉਹਦੇ ਉੱਤੋਂ ਲੈ ਕੇ ਥੱਲੇ ਨੂੰ ਸਾਰਿਆਂ ਨੂੰ ਫਰਕ ਪੈਣਾ ਜੀ। ਹੁਣ ਜਿੱਦਾਂ ਸਰਕਾਰ ਕਹਿੰਦੀ ਹੈ ਕਿ ਤੁਸੀਂ ਆਪਦੀ ਜਿੰਸ ਜਿਹੜੀ ਹੈਗੀ, ਫਸਲ ਜਿਹੜੀ ਹੈਗੀ, ਕਿਸੇ ਵੀ ਮੰਡੀ ਦੇ ਵਿੱਚ ਜਾ ਕੇ ਵੇਚ ਸਕਦੇ ਹੋ। ਮੰਨ ਲਓ ਬਿੱਲ ਤਾਂ ਜਿੱਦਾਂ ਹੁਣ ਲਾਗੂ ਹੋ ਹੀ ਚੁੱਕੇ ਨੇ, ਸਰਕਾਰ ਨੇ ਕਾਬਜ਼ ਕਰ ਦਿੱਤੇ ਨੇ, ਬਿੱਲ ਪਾਸ ਹੋ ਗਏ ਨੇ, ਕਾਨੂੰਨ ਬਣ ਚੁੱਕਾ ਆ, ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ, ਬਿੱਲ ਜਿਹੜੇ ਹੈਗੇ ਉਹ ਲਾਗੂ ਹੋ ਚੁੱਕੇ ਨੇ। ਮੰਨ ਲਓ ਇਹ ਬਿੱਲ ਰੱਦ ਨਹੀਂ ਹੁੰਦੇ, ਕਿਸਾਨ ਕਿੱਥੇ ਜਾਏਗਾ? ਤੁਸੀਂ ਕੀ ਸਮਝਦੇ ਹੋ ਇਹਦੇ? ਕਿਸਾਨ ਦਾ ਹਾਲਾਤ ਪੰਜਾਬ ਵਿੱਚ ਵੀ ਯੂਪੀ ਬਿਹਾਰ ਵਾਲੇ ਹੋਣਗੇ ਜੀ। ਜਿਵੇਂ ਛੋਟਾ ਜ਼ਿਮੀਂਦਾਰ ਬਿਹਾਰ ਵਿੱਚ ਤਾਂ ਯੂਪੀ ਵਿੱਚ ਮਜ਼ਦੂਰੀ ਕਰ ਰਿਹਾ, ਉਵੇਂ ਪੰਜਾਬ ਦੇ ਕਿਸਾਨਾਂ ਦੇ ਵੀ ਹਾਲਾਤ ਬਹੁਤ ਮਾੜੇ ਹੋਣਗੇ ਜੀ। ਆਉਣ ਵਾਲਾ ਜੋ ਹਾਲਾਤ ਦਿਸ ਰਿਹਾ ਉਹਦੇ ਹਿਸਾਬ ਨਾਲ
ਪ੍ਰਾਈਵੇਟ ਵਾਲਾ ਤਕੜੇ ਲੋਕੀ ਉਹੀ ਖੇਤੀ ਕਰਨਗੇ, ਮਾੜਾ ਜ਼ਿਮੀਂਦਾਰ ਤਾਂ ਬਿਲਕੁਲ ਮਰ ਜੂ। ਇਸ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਊ ਜੀ। ਇਹ ਜਿਹੜੀ ਲੇਬਰ ਲੱਗੀ ਹੋਈ ਹੈ ਇਹਨਾਂ ਦੇ ਕੀ ਹਾਲਾਤ ਹੋਣਗੇ? ਲੇਬਰ ਲਈ ਵੀ ਨੁਕਸਾਨ ਹੀ ਹੈ ਜੀ। ਲੇਬਰ ਹੁਣ ਐਡੀ ਦੂਰੋਂ ਬਿਹਾਰ ਤੋਂ ਬੰਗਾਲ ਤੋਂ ਆ ਰਹੇ ਆ ਬੰਦੇ ਕੰਮ ਕਰਨ, ਇਹਨਾਂ ਤੇ ਵੀ ਫਰਕ ਪੈਣਾ ਜੀ। ਹੁਣ ਮੰਨ ਲਓ ਮੰਡੀਆਂ ਤੁਸੀਂ ਉਹਨਾਂ ਨੇ ਪ੍ਰਾਈਵੇਟ ਕਰਤੀਆਂ, ਤੁਸੀਂ ਕਿਤੇ ਵੀ ਮੰਨ ਲਓ ਉਹਨੂੰ ਪਰਚੇਜ ਕੋਈ ਵੀ ਬੰਦਾ ਖਰੀਦ ਸਕਦਾ, ਤੇ ਉਹ ਫਿਰ ਨੈਚੁਰਲ ਇਹਨਾਂ ਤੇ ਵੀ ਫਰਕ ਪੈਣਾ ਜੀ। ਜਦੋਂ ਮੰਡੀਆਂ 'ਚ ਮਾਲ ਹੀ ਨਹੀਂ ਡਿੱਗੂਗਾ ਤੇ ਲੇਬਰ ਤਾਂ ਫੇਰ ਹੀ ਕੰਮ ਕਰੂ ਜੇ ਮੰਡੀਆਂ 'ਚ ਮਾਲ ਆਊਗਾ ਜੀ। ਅੱਛਾ ਭਾਜੀ, ਜਿਹੜਾ ਇਹ ਸਰਕਾਰ ਵੱਲੋਂ 3 ਆਰਡੀਨੈਂਸ ਪਾਸ ਕੀਤੇ ਗਏ ਨੇ, ਉਹ ਕਹਿ ਰਹੀ ਹੈ ਵੀ ਮੰਡੀਆਂ ਦਾ ਜਿਹੜਾ ਹੈਗਾ ਪ੍ਰਾਈਵੇਟ ਕਰ ਦਿੱਤੀਆਂ ਜਾਣਗੀਆਂ ਮੰਡੀਆਂ, ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਇਹ ਤਾਂ ਬਹੁਤ ਮਾੜੀ ਗੱਲ ਵਾ, ਇਹ ਤਾਂ ਜ਼ਿਆਦਾ ਹੀ ਮਾੜੀ ਗੱਲ ਹੈ, ਕਿਉਂਕਿ ਇਹਦੇ ਵਿੱਚ ਮਿਲਣਾ ਹੀ ਕੁਛ ਨਹੀਂ, ਤਗੜਿਆਂ ਲੋਕਾਂ ਨੂੰ ਦੱਬ ਜਾਣਾ ਸਾਰਾ ਕੁਝ। ਕੀ ਲੱਗਦਾ ਮਤਲਬ ਤੁਹਾਨੂੰ ਕਿੰਨਾ ਕੁ ਫਰਕ ਪਏਗਾ ਇਹਦੇ ਨਾਲ? ਸਾਰਾ ਹੀ ਫਰਕ ਹੀ ਹੈ ਜੀ। ਛੋਟੇ ਜ਼ਿਮੀਂਦਾਰ ਮਰ ਜਾਣਗੇ, ਮੇਰਾ ਸ਼ਾਇਦ ਬੜਿਆਂ ਦੀ ਵਾਰੀ ਵਿੱਚ ਆ ਜਾ। ਹਾਂਜੀ, ਤੇ ਕੀ ਕਹਿੰਦੇ ਹੋ ਵੀ ਇਹ ਬਿੱਲ ਰੱਦ ਹੋਣੇ ਚਾਹੀਦੇ ਜਾਂ ਨਹੀਂ? ਬਿਲਕੁਲ ਜੀ, ਰੱਦ ਹੋਣੇ ਚਾਹੀਦੇ। ਹਾਂਜੀ, ਮਤਲਬ ਆ ਜਿਹੜੇ ਹੁਣ ਇੱਥੇ ਪੱਲੇਦਾਰ ਲੱਗੇ ਹੋਏ ਨੇ, ਇਹਨਾਂ ਮਜ਼ਦੂਰ ਇੱਥੇ ਕੰਮ ਕਰ ਰਿਹਾ, ਇਹਨਾਂ ਨੂੰ ਉਹਨਾਂ ਬਿੱਲਾਂ ਨਾਲ ਕੀ ਫਰਕ ਪੈਂਦਾ ਜੀ? ਇਹਨਾਂ ਨੂੰ ਵੀ ਤਾਂ ਸ਼ਾਇਦ ਰੁਜ਼ਗਾਰ ਦੁਬਾਰਾ ਮਿਲ ਜਾਊਗਾ, ਕੀ ਪਤਾ। ਕੰਮ ਤਾਂ ਇੰਨੀ ਤਾਂ ਕਰਨਾ ਹੀ ਆ ਨਾ। ਹੁਣ ਜਿੱਦਾਂ ਆਪਾਂ ਗੱਲ ਕਰੀਏ, ਮੋਗਾ ਦੇ ਵਿੱਚ ਸਾਈਲੋਜ਼ ਲਗਾਇਆ ਅਡਾਨੀਆਂ ਨੇ, ਉੱਥੇ ਸਿਰਫ ਵਰਕਰ ਜਿਹੜੇ ਹੈਗੇ ਸਿਰਫ 10 ਆ, ਨਾਮ ਦੇ ਵਰਕਰ ਆ 10 ਹੀ ਹੈ, ਸਾਰਾ ਕੰਮ ਮਸ਼ੀਨੀ ਹੈਗਾ। ਉੱਥੇ ਇਹਨਾਂ ਦਾ ਭਵਿੱਖ ਕੀ ਹੈਗਾ? ਉੱਥੇ ਤਾਂ ਫਿਰ ਨਹੀਂ ਮਿਲੂਗਾ ਇਹਨਾਂ ਨੂੰ ਕੰਮ। ਜਿੱਥੇ ਥੋੜੇ ਬੰਦੇ ਇਹਨਾਂ ਕੰਮ ਸਰੀ ਜਾਊਗਾ ਤਾਂ ਕਿੱਥੋਂ ਇੰਨੇ ਬੰਦਿਆਂ ਨੂੰ रोटी मिलू। अच्छा, ये बताओ कि जैसे सरकार ने 3 बिल पास किए हैं, उन बिलों का पता तुम्हें? ਕੋਈ ਪਤਾ नहीं हमें। सरकार ने बिल पास कर दिए हैं कि ये जो मंडियां हैं ये सब ऐसे उन बिलों के हिसाब से बंद हो जाएंगी, और जो मंडीकरण है वो सरकार खुद, जो बड़े घराने हैं मतलब जिनकी सरकार के साथ बनती है, उनके हाथ में चली जाएंगी मंडियाँ। और उन्होंने अपने स्टोर बना रखे हैं बड़े बड़े, वहाँ मशीनें लगी हुई हैं, सारा काम मशीनों के द्वारा होगा। अभी तो तुम लोग कर रहे हो, बाद में वो सारा काम मशीनें करेंगी। तो हम लोग के काम चाहिए ना, फिर हम लोग तो गरीब लोग हैं, हम लोग के पास काम नहीं है तो हम लोग क्या खाएंगे, क्या कमाएंगे? छोटे छोटे भाई बहन है। कहाँ से आते हो तुम? बिहार से। बिहार कहाँ से? सहरसा जिला। तो कितना समय लग जाता है वहाँ से आने में? 2-3 दिन लग जाता है बस से। यहाँ कितनी देर रुकते हो? यहाँ पे तो जब तक काम रहता तब तक रुकते हैं, 2-3 महीने, चाहे 4 महीने, 6 महीने, साल भर तक भी रह जाते हैं। अभी मतलब कमाई कैसे है तुम लोग को यहाँ? अभी कमाई तो अभी मंडी में माल कम आ रहा है ना, अभी माल का आएंगे तब तो कमाई होगा। माल का क्या कारण क्या समझते हो कि क्यों कम आ रहा है? वही पता नहीं, हम लोग काम करते हैं, पता नहीं रहता हम लोग को क्या काम है। हम लोग सिर्फ काम देखते हैं, करते होते हैं, बस यही। मान लो अगले साल से अगर मंडियों में फसल जैसे अब आ रही है, अगले साल से नहीं आती है, तो जो सरकार ने जैसे बोला है कि प्राइवेट घराने इन फसलों को खरीदेंगे, वो अगर तुम लोग को नहीं बुलाते तब तुम लोगों का गुजारा कैसे हो? फिर दूसरे जगह देखते हैं ना, दूसरे जगह कहीं काम ये बिल जो है वो पूरे भारत के लिए लागू किए गए हैं, चाहे वो तुम्हारा बिहार हो या पंजाब हो, मतलब कहीं भी जहाँ भी फसलें हो रही हैं उन सब जगह के लिए है। तब तुम लोगों का गुजारा कैसे होगा? तब तो क्या होगा, कोई गुजारा नहीं होगा, घर पे बैठे रहेंगे तब फिर। ਸੋ ਇਹ ਸੀਗੇ ਉਹ ਕਿਸਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਹਜੇ ਤੱਕ ਤਾਂ ਉਹਨਾਂ ਨੂੰ ਉਹਨਾਂ ਦੀ ਜਿੰਸ ਦਾ ਮੁੱਲ ਜਿਹੜਾ ਹੈਗਾ ਸਹੀ ਮਿਲ ਰਿਹਾ, ਮੰਡੀਆਂ ਦੇ ਜਿਹੜੇ ਪ੍ਰਬੰਧ ਵੀ ਹੈਗੇ ਨੇ ਉਹ ਵੀ ਸਹੀ ਨੇ, ਪਰ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹਨਾਂ ਲਈ ਬਹੁਤ ਔਖਾ, ਕਿਉਂਕਿ ਜਿਸ ਹਿਸਾਬ ਨਾਲ ਉਹ ਸੰਘਰਸ਼ ਕਰ ਰਹੇ ਨੇ, ਸਰਕਾਰਾਂ ਟਸ ਤੋਂ ਮਸ ਨਹੀਂ ਹੋ ਰਹੀਆਂ। ਜੇ ਸੰਘਰਸ਼ ਲੰਬਾ ਚਲਾ ਜਾਂਦਾ ਹੈ, ਸਰਕਾਰਾਂ ਦੇ ਹਾਲਾਤ ਜਿਉਂ ਦੇ ਤਿਉਂ ਬਣੇ ਰਹਿੰਦੇ ਹਨ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹ ਇਹਨਾਂ ਦਾ ਵੀ ਹਾਲ ਜਿਹੜਾ ਹੈਗਾ ਬਿਹਾਰ ਦੀ ਤਰ੍ਹਾਂ ਹੋ ਜਾਏਗਾ। ਜਿਸ ਤਰ੍ਹਾਂ ਬਿਹਾਰੀ ਇੱਥੇ ਪੰਜਾਬ ਦੇ ਵਿੱਚ ਆ ਕੇ ਲੇਬਰ ਕਰ ਰਹੇ ਨੇ, ਤਾਂ ਪੰਜਾਬੀਆਂ ਨੂੰ ਵੀ ਸੋਚਣਾ ਪੈ ਜਾਏਗਾ ਕਿ ਉਹ ਕਿੱਥੇ ਜਾ ਕੇ ਆਪਣਾ ਕੰਮਕਾਰ ਲੱਭਣ, ਆਪਣੇ ਪਰਿਵਾਰ ਨੂੰ ਪਾਲਣ ਲਈ ਕਿੱਥੇ ਜਾ ਕੇ ਮਿਹਨਤ ਕਰਨਗੇ, ਤਾਂ ਜੋ ਉਹਨਾਂ ਦਾ ਪਰਿਵਾਰ ਦਾ ਜੀਣ ਬਸਰ ਹੈਗਾ ਸੁਖਾਲਾ ਹੋ ਸਕੇ। ਮੈਂ ਨੀਰਜ, ਕੈਮਰਾਮੈਨ ਚਿਰਾਗ ਦੇ ਨਾਲ ਸਾਂਝਾ ਮੁੱਦਾ। ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਰਾਏ ਜੁਝਾਰ, ਤੁਸੀਂ ਦੇਖ ਰਹੇ ਹੋ ਹੱਕ ਸੱਚ ਦਾ ਸਾਂਝਾ ਮੁਹਾਜ, ਸਾਂਝਾ ਮੁੱਦਾ। ਥੈਂਕ ਯੂ ਸੋ ਮਚ।